ਜਾਂ ਮੈਂ ਇਸ ਕਰਕੇ ਨਹੀਂ ਕੇਵਲ ਇੱਥੇ ਆਇਆ ਕਿਉਂਕਿ ਸਾਡੇ ਪੁਰਖਿਆਂ ਨੇ ਸਾਨੂੰ ਸਿਖਾ ਕੇ ਤੋਰਿਆ, ਸਿੱਖੀ ਕਮਾਓਗੇ, ਸਿੱਖੀ ਦਾ ਉਪਦੇਸ਼ ਦਿਓਗੇ, ਪਰਲੋਕ ਤੇ ਲੋਕ ਦੋਵੇਂ ਸੌਰ ਜਾਣਗੇ। ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਮੈਨੂੰ ਇਸ ਮਾਇਆ ਦੀ ਲੋੜ ਨਹੀਂ ਹੈ। ਮੈਂ ਆਪਣੇ ਵੱਲੋਂ ਵੀ ਇਹ ਬੇਨਤੀ ਕਰਦਾ ਕਿ ਮੈਨੂੰ ਇਹ ਮਾਇਆ ਨਹੀਂ ਚਾਹੀਦੀ। ਭਾਵੇਂ ਕਿ ਸੰਗਤ ਨੇ ਉਸ ਦਾ ਬਹੁਤ ਵਿਰੋਧ ਕੀਤਾ ਤੇ ਜਿੰਨੇ ਦਿਨ ਸੀਗਾ ਉੱਥੇ ਮੈਂ ਓਨੇ ਦਿਨ ਹੀ ਕਥਾ ਹੋਈ। ਸੰਗਤ ਨੇ ਜ਼ੋਰ ਦੇ ਕੇ ਕਥਾ ਕਰਵਾਈ। ਭਾਵ ਅਸੀਂ ਜਿੰਨਾ ਚਿਰ ਕਾਨ ਰਾਸ ਵਿੱਚ ਜੁੜਦੇ ਆ ਨਾ, ਸਹੀ ਮਾਇਨਿਆਂ ਵਿੱਚ ਗਿਆਨ ਦੇ ਨਾਲ ਪਹਿਲਾਂ ਆਨੰਦ ਨਹੀਂ ਜੇ ਆਉਂਦਾ। ਜੇ ਤੁਸੀਂ ਗਿਆਨ ਨੂੰ ਪ੍ਰਾਪਤ ਕਰਨਾ ਹੈ ਤਾਂ ਤੁਹਾਨੂੰ ਪਹਿਲਾਂ ਰਸ ਨਹੀਂ ਆਉਣਾ। ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਸੰਥਿਆ ਸ਼ੁਰੂ ਕਰਾਉਂਦੇ ਆ ਨਾ, ਜਦੋਂ ਉਹ ਕਹਿੰਦੇ ਗਿਆਨੀ ਜੀ ਮੈਨੂੰ ਤਾਂ ਮਜ਼ਾ ਬੜਾ ਆਉਂਦਾ ਸੀ ਪਾਠ ਕਰਨ ਦਾ, ਤੁਸੀਂ ਕਿਹੜੇ ਨਵੇਂ ਜੱਬ 'ਚ ਪਾਤਾ, ਮੈਨੂੰ ਮਜ਼ਾ ਨਹੀਂ ਹੁਣ ਆਉਂਦਾ। ਮੈਨੂੰ ਧਿਆਨ ਲਾਉਣਾ ਪੈਂਦਾ ਹੈ ਕਿ ਸਿਹਾਰੀ ਤਾਂ ਨਹੀਂ ਰਹਿ ਗਈ, ਕਿਤੇ ਔਂਕੜ ਤਾਂ ਨਹੀਂ ਰਹਿ ਗਿਆ। ਜੇ ਤੇ ਗਲਤ ਪੜ੍ਹ ਮਜ਼ਾ ਲੈਣਾ ਫਿਰ ਤੁਹਾਡੀ ਆਪਣੀ ਮਰਜ਼ੀ ਹੈ, ਪਰ ਜਦੋਂ ਸੁੱਧ ਪੜ੍ਹਨਾ ਸਿੱਖ ਗਏ ਜਿਹੜਾ ਮਜ਼ਾ ਉਦੋਂ ਆਵੇਗਾ, ਸਾਰੇ ਮਜ਼ੇ ਭੁੱਲ ਜਾਣਗੇ। ਕਿਉਂਕਿ ਹੁਣ ਅਸੀਂ ਬਾਣੀ ਪੜ੍ਹਦੇ ਹਾਂ ਪਰ ਸਾਡਾ ਧਿਆਨ ਵੀ ਖਿੰਡਿਆ ਰਹਿੰਦਾ, ਇਕਾਗਰਤਾ ਨਹੀਂ ਹੁੰਦੀ। ਜੀਵਨ ਕਿੰਨਾ ਲੰਘ ਗਿਆ ਤੇ ਕਿੰਨਾ ਸ਼ੇਸ਼ ਹੈ, ਇਹ ਗੁਰਬਾਣੀ ਦੱਸਦੀ ਹੈ। ਪਰ ਜੇ ਅਜੇ ਤੱਕ ਵੀ ਧਿਆਨ ਨਹੀਂ ਜੁੜਿਆ, ਆਪਾਂ ਸਤਸੰਗਤ ਕਰਦੇ ਆ ਤੇ ਮਾਫ ਕਰਨਾ, ਕਈ ਗਾਇਕ ਇਹੋ ਜਿਹੇ ਆ ਜਿਹੜੇ ਸਿੱਖਾਂ ਵਿੱਚ ਪੈਦਾ ਹੋ ਕੇ ਤੇ ਮਜ਼ਾਰਾਂ ਤੇ ਗਾਉਂਦੇ ਫਿਰਦੇ ਆ, ਕਹਿੰਦੇ ਸਾਨੂੰ ਗੁਰਦੁਆਰੇ ਸਾਹਿਬ ਤੋਂ ਕੁਝ ਨਹੀਂ ਲੱਭਿਆ। ਹੈਗੇ ਐਸੇ ਗਾਇਕ ਤੇ ਉਹਨਾਂ ਦੇ ਪਿੱਛੇ ਲੱਗ ਕੇ ਆਪਣੇ ਅੰਮ੍ਰਿਤਧਾਰੀ ਨੌਜਵਾਨ ਵੀ ਗਾਉਂਦੇ। ਕਿਹੜੀ ਚੀਜ਼ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਨਹੀਂ ਮਿਲਦੀ? ਭਾਵੇਂ ਕਿ ਅਸੀਂ ਕਹੀ ਤਾਂ ਜਾਂਦੇ ਆ, ਪਰ ਓਡੀ ਵੱਡੀ ਆਸਥਾ, ਓਡਾ ਵੱਡਾ ਨਿਸ਼ਚਾ ਰੱਖਣਾ ਚਾਹੀਦਾ। ਜਿਨ੍ਹਾਂ ਸਤਿਪੁਰਖਾਂ ਦਾ ਅੱਜ ਦਿਹਾੜਾ ਮਨਾ ਰਹੇ ਹੋ, ਮਹਾਂਪੁਰਖਾਂ ਦਾ ਜੀਵਨ ਸੁਣਿਆ, ਕੈਸੇ ਵਜਦ ਵਿੱਚ ਗਿਆਨੀ ਜੀ ਨੇ ਉਹ ਸਾਰੇ ਹੱਡ ਬੀਤੇ ਬਚਨ ਸੁਣਾਏ। ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਸ਼, ਉਹਨਾਂ ਨੇ ਜਿੱਥੇ ਬਹੁਤ ਵੱਡਾ ਪ੍ਰਚਾਰ ਕੀਤਾ ਤੇ ਕਰ ਰਹੇ ਆ, ਨਾਲੇ ਦੋਖੀਆਂ ਦਾ ਮੂੰਹ ਤੋੜਵਾਂ ਜਵਾਬ ਵੀ ਬਹੁਤ ਸੋਹਣੇ ਢੰਗ ਨਾਲ ਦੇ ਰਹੇ ਆ। ਸੋ ਖਾਲਸਾ ਜੀ, ਬੇਨਤੀ ਇਹ ਹੈ ਕਿ ਜਦੋਂ ਆਪਾਂ ਸੱਚਮੁੱਚ ਹੀ ਕੀਰਤਨ ਸੁਣਦੇ ਹਾਂ ਤੇ ਕਥਾ ਸੁਣਨ ਦੇ ਅਧਿਕਾਰੀ ਤੇ ਸਰੋਤੇ ਬਣ ਜਾਂਦੇ ਹਾਂ, ਮੈਂ ਆਪ ਜੀ ਨੂੰ ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨ ਕਰਵਾਉਣੇ ਆ, ਯਤਨ ਕਰਨਾ ਹੈ। ਗਰੀਬ ਨਵਾਜ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੂਰਮਤਾਈ ਦਾ ਮੁਜੱਸਬਾ ਦੇਣ ਲਈ ਸਾਨੂੰ ਇਹ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਭਾਵੇਂ ਕਿ ਜੇ ਮੈਂ ਨਿੰਦਕਾਂ ਵਿਰੋਧੀਆਂ ਦੀਆਂ ਗੱਲਾਂ ਲੈ ਕੇ ਚੱਲਾਂਗਾ ਤੇ ਸਮਾਂ ਇੰਨਾ ਨਹੀਂ ਕਿ ਫਿਰ ਮੈਂ ਉਹਨਾਂ ਦੀਆਂ ਗੱਲਾਂ ਦਾ ਹੀ ਜਵਾਬ ਦਿੰਦਾ ਰਹਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਤਾਂ ਸੂਰਬੀਰ ਬਣਾਉਣ ਵਾਸਤੇ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜੰਗਾਂ ਦਾ ਵੇਰਵਾ ਜਿਹੜਾ ਨਾ ਖੁਲਾਸੇ ਸਹਿਤ ਉਹ ਸ੍ਰੀ ਦਸਮ ਗ੍ਰੰਥ ਦੇ ਵਿੱਚ ਸਤਿਗੁਰੂ ਜੀ ਨੇ ਕੀਤਾ, ਚੰਡੀ ਦੀ ਵਾਰ ਦੇ ਅੰਦਰ ਕੀਤਾ। ਆਪਾਂ ਕੁਝ ਹੋਰ ਸਮਝਦੇ ਹਾਂ। ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਫਿਰੋਜ਼ਪੁਰ ਦੇ ਨੇੜੇ ਕਥਾ ਕਰਨ ਲਈ ਗਏ। ਮਹਾਂਪੁਰਸ਼ਾਂ ਨੂੰ ਉਹ ਜਿਹੜੇ ਪ੍ਰਬੰਧਕ ਸੀ ਉਹ ਕਹਿਣ ਲੱਗੇ ਕਿ ਮਹਾਰਾਜ ਠੰਡੀ ਜੀ ਕਥਾ ਕਰਿਓ, ਗਰਮ ਕਥਾ ਨਾ ਕਰਿਓ, ਕਿਉਂਕਿ ਮਹਾਂਪੁਰਖਾਂ ਨੂੰ ਉਸ ਸਮੇਂ ਹਾਲਾਤਾਂ ਦੀ ਮਜਬੂਰੀ ਖਾਤਰ ਸਭ ਕੁਝ ਬੋਲਣਾ ਪੈਂਦਾ ਸੀ, ਦੱਸਣਾ ਪੈਂਦਾ ਸੀ। ਤੇ ਮਹਾਂਪੁਰਖ ਕਹਿਣ ਲੱਗੇ ਭਾਈ ਤੁਸੀਂ ਦੱਸ ਦਿਓ ਕਿਹੜੀ ਕਥਾ ਕਰੀਏ? ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਕਿਸੇ ਦੀ ਕਥਾ ਕਰ ਦਿਓ। ਮਹਾਂਪੁਰਖ ਕਹਿੰਦੇ ਫਿਰ ਤੁਸੀਂ ਆਪ ਹੀ ਚੋਣ ਕਰ ਲਓ। ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਕਥਾ ਕਰੋ। ਮਹਾਂਪੁਰਖ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਹਿੰਦੇ ਮਹਾਰਾਜ ਇਹ ਤੇ ਗਰਮ ਹੈ ਜੀ। ਫਿਰ ਕਹਿੰਦੇ ਤੁਸੀਂ ਦੱਸ ਦਿਓ। ਕਹਿੰਦੇ ਜੀ ਕਬੀਰ ਸਾਹਿਬ ਦੀ ਬਾਣੀ ਜਿਹੜੀ ਆ ਨਾ, ਭਗਤ ਬਾਣੀ ਦੇ ਵਿੱਚੋਂ ਤੁਸੀਂ ਅਰਥ ਕਰ ਦਿਓ ਕਿਸੇ ਸ਼ਬਦ ਦੇ। ਤੇ ਮਹਾਂਪੁਰਖ ਕਹਿੰਦੇ ਕਬੀਰ ਸਾਹਿਬ ਦੀ ਸੁਣ ਲਓ। ਕਬੀਰ ਸਾਹਿਬ ਕਹਿੰਦੇ ਆ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ,
कबीर साहब कहते आ, सूरा सो पहचानी है जो लरै दीन के हेत, पुरजा पुरजा कट मरै कबू न छाड़ै खेत। ਕਿਹੜੀ ਸ਼ਾਂਤੀ ਲੱਭਦੇ ਹੋ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਸੇ ਕਾਇਰ ਦੀ ਬਾਣੀ ਦਰਜ ਨਹੀਂ ਹੈ, ਸੂਰ ਬੀਰ ਯੋਧਿਆਂ ਦੀ ਬਾਣੀ ਦਰਜ ਹੈ। ਬਾਬਾ ਨਾਮਦੇਵ ਜੀ ਨੂੰ ਉਹਨਾਂ ਦੀ ਮਾਤਾ ਨੇ ਕੀ ਕਿਹਾ ਸੀ? ਇਹ ਕਿਹਾ ਨਾ, ਪੁੱਤਰ ਛੋੜ ਰਾਮ ਕੀ ਨਾ ਭਜੈ ਖੁਦਾਏ। ਤੇ ਕੀ ਬਾਬਾ ਨਾਮਦੇਵ ਜੀ ਨੂੰ ਨਹੀਂ ਪਤਾ? ਕਹਿੰਦੇ ਮਾਂ ਮੈਨੂੰ ਪਤਾ ਹੈ ਕਿ ਖੁਦਾ ਵੀ ਉਹਦਾ ਹੀ ਨਾਮ ਹੈ ਤੇ ਰਾਮ ਵੀ ਉਹਦਾ ਹੀ ਨਾਮ ਹੈ, ਪਰ ਇਹ ਜ਼ਬਰਦਸਤੀ ਕਹਾਉਣਾ ਚਾਹੁੰਦੇ, ਉਹਦੇ ਨਾਲ ਨਹੀਂ ਮੈਂ ਲਿਖਣ ਲੱਗਾ। ਪੁੱਤਰ ਜਾਨ ਬਚਾ ਲੈ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ। ਕੀ ਜਵਾਬ ਦਿੱਤਾ? ਬਾਣੀ ਵਿੱਚ ਦਰਜ ਹੈ, ਤੂੰ ਮੇਰੀ ਮਾਂ ਹੀ ਨਹੀਂ, ਮੈਨੂੰ ਕਾਇਰਤਾ ਵਾਲਾ ਉਪਦੇਸ਼ ਦੇਣੀ ਹੈ। ਆਪਾਂ ਕਿਹੋ ਜਿਹੀ ਸ਼ਾਂਤੀ ਪਾਲਦੇ? ਜਿਹੜੀ ਸ਼ਾਂਤੀ ਸ਼ਬਦ ਵਿੱਚੋਂ ਉਪਜਦੀ ਹੈ ਨਾ, ਜਿਹੜੀ ਸ਼ਾਂਤੀ ਸ਼ਾਸਤਰਾਂ ਦੇ ਵਿੱਚੋਂ ਉਪਜਦੀ ਹੈ, ਉਹ ਸਦਾ ਲਈ ਕਾਇਮ ਰਹਿੰਦੀ ਹੈ। ਤੇ ਆਪਾਂ ਸ਼ਾਸਤਰ ਸਮਝੇ ਹੋਏ ਆ ਜੀ ਇਹ ਭੜਕਾਊ ਨੇ, ਇਹ ਜੀ ਦਿਖਾਵਾ ਹੈ। ਅੱਜ ਕੱਲ੍ਹ ਦੇ ਪ੍ਰਚਾਰਕ ਵੀ ਕਹਿਣ ਲੱਗ ਪਏ ਕਿ ਕਿਰਪਾਨ ਹੱਥ ਵਿੱਚ ਫੜ ਕਰਕੇ ਕਿਉਂ ਆਉਂਦੇ ਅੰਦਰ ਬੱਕਰਾ ਵੱਢਣ। ਤੇ 10ਵੇਂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੈ, ਇਹ ਮੋਰ ਆਗਿਆ ਸੁਣੋ ਇਹ ਪਿਆਰੇ। ਸਤਿਗੁਰੂ ਜੀ ਕਹਿੰਦੇ ਬਿਨਾ ਸ਼ਸਤਰਾਂ ਤੇ ਕੇਸਾਂ ਤੋਂ ਮੈਂ ਦਰਸ਼ਨ ਨਹੀਂ ਦਊਂਗਾ। ਹੁਣ ਗਰੀਬ ਨਵਾਜ ਦਾ ਹੁਕਮ ਮੰਨੇ ਕਿ ਕਿਸੇ ਨੁਕਤਾਚੀਨੀ ਕਰਨ ਵਾਲੇ ਦੀ ਗੱਲ ਮੰਨੇ? ਜੇ ਤਾਂ ਸੱਚੇ ਪਾਤਸ਼ਾਹ ਜੀ ਦੀ ਆਗਿਆ ਦਾ ਪਾਲਣ ਕਰੋਗੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਸਮੇਂ ਜੋਤੀ ਜੋਤ ਸਮਾਉਣ ਲੱਗੇ ਨਾ, ਇਤਿਹਾਸ ਵਿੱਚ ਅੰਕਿਤ ਬਚਨ ਨੇ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕਮੈਤ ਘੋੜੇ ਤੇ ਸਵਾਰ ਸੀਗੇ, ਗਰੀਬ ਨਵਾਜ ਸਤਿਗੁਰੂ ਨੇ ਕਨਾਤ ਕਰਾਈ ਹੋਈ ਸੀ। ਜਦੋਂ ਮਹਾਰਾਜ ਨੇ ਚਿਖਾ ਤੇ ਚੜ੍ਹਨਾ ਤੇ ਸਤਿਗੁਰੂ ਜੀ ਨੇ ਘੋੜੇ ਦੀਆਂ ਵਾਗਾਂ ਮੋੜ ਕੇ ਪਿੱਛੇ ਨੂੰ ਜਦੋਂ ਖਾਲਸੇ ਵੱਲ ਤੱਕਿਆ, ਸਭ ਬੈਰਾਗ ਕਰ ਰਹੇ ਸੀ। ਜਿੱਦਾਂ ਪਿਤਾ ਨੂੰ ਪੁੱਤਰ ਵੱਲ ਵੇਖ ਕੇ ਫਿਰ ਪਿਆਰ ਆ ਜਾਂਦਾ ਨਾ, ਤੇ ਗੁਰਦੇਵ ਨੇ ਖਾਲਸੇ ਨੂੰ ਸੰਬੋਧਨ ਹੋ ਕਰਕੇ ਕਿਹਾ, ਖਾਲਸਾ ਜੀ ਸ਼ਬਦ ਕਰਕੇ ਅਸੀਂ ਸਦਾ ਹੀ ਤੁਹਾਡੇ ਕੋਲ ਹਾਂ। 2 ਬਚਨ ਸਾਡੇ ਯਾਦ ਰੱਖਣੇ, ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਹੀਂ ਵਿਸਾਰਨਾ, ਤੇ ਸ਼ਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਓ। ਸੰਸਾਰ ਦੀ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਕਰ ਸਕੇਗੀ। ਇਹ ਸਾਹਿਬ ਨੇ ਜੋਤੀ ਜੋਤ ਸਮਾਉਣ ਲੱਗਿਆ ਬਚਨ ਕਹੇ ਸੀ, ਅੰਕਿਤ ਨੇ ਇਤਿਹਾਸ ਵਿੱਚ। ਜੇ ਆਪਾਂ ਵੇਖੀਏ ਕਿ ਸਾਡੇ ਕੋਲ ਉਹ ਗੁਰੂ ਜੀ ਦੀ ਧਰੋਹਰ ਹੈ, ਨਹੀਂ ਹੈ। ਸ਼ਾਸਤਰ ਜਦੋਂ ਆਪਣੇ ਵੱਡਿਆਂ ਦੇ ਪੂਰਵਜਾਂ ਦੇ ਵੇਖੋਗੇ ਨਾ, ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਓ, ਇੱਕ ਪੂਰਾ ਪੀੜਾ ਸਾਹਿਬ ਜਦੋਂ ਬਾਕੀ ਰਹਿ ਜਾਂਦਾ, ਕਹਿੰਦੇ ਹੁਣ ਬਾਬਾ ਜੀ ਸਾਹਿਬ, ਬਾਬਾ ਦੀਪ ਸਿੰਘ ਸਾਹਿਬ ਦੇ ਸ਼ਾਸਤਰ ਆਊਗੇ। ਇੰਨੇ ਵੱਡੇ ਸ਼ਾਸਤਰਾਂ ਦਾ ਕਮਰ ਕੱਸਾ ਨਾਭੇ ਵਾਲੇ ਰਾਜਿਆਂ ਨੇ ਹੁਣ ਇੱਕ ਤੇਗਾ ਜਿਹੜਾ ਨਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਭੇਟ ਕੀਤਾ, ਹੁਣ ਦਰਸ਼ਨ ਕਰਵਾਏ ਜਾਂਦੇ ਆ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਤੇਗਾ ਹੈ ਜਿਸ ਦੇ ਨਾਲ ਮਹਾਰਾਜ ਨੇ ਕਾਲੇ ਖਾਂ ਨੂੰ ਵੱਢਿਆ ਸੀ। ਜਦੋਂ ਗੁਰਦੇਵ ਨੇ ਕਾਲੇ ਖਾਂ ਦੇ ਸਿਰ ਵਿੱਚ ਉਹ ਤੇਗਾ ਮਾਰਿਆ ਸੀ ਨਾ, ਘੋੜੇ ਦੀ ਕਾਠੀ ਤੱਕ ਵੱਢ ਦਿੱਤਾ ਸੀ ਕਾਲੇ ਖਾਂ। ਤੇ ਮਹਾਂਪੁਰਸ਼ਾਂ ਨੇ ਇਸ ਬਚਨ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਸ਼ਬਦ ਕਹੇ ਹੈ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਦਇਆ ਵੀ ਇੰਨੀ ਹੈ ਕਿ ਗੁਰਦੇਵ ਨੂੰ ਫੁੱਲ ਦੇ ਟੁੱਟਣ ਕਰਕੇ ਦਰਦ ਮਹਿਸੂਸ ਹੁੰਦਾ ਹੈ। ਸਤਿਗੁਰੂ ਦੇ ਅੰਦਰ ਵੀਰ ਰਸ ਵੀ ਇੰਨਾ ਹੈ ਕਿ ਜੇ ਤੇਗ ਦਾ ਵਾਰ ਛੱਡਦੇ ਆ, ਲੋਹੇ ਦੀਆਂ ਸੰਜੋਗ ਬਖਤਰਾਂ ਨੂੰ ਕੱਟਦਾ ਹੋਇਆ ਘੋੜੇ ਦੀ ਕਾਠੀ ਤੱਕ ਨੂੰ ਵੱਢ ਕੇ ਪਾਰ ਹੋ ਜਾਂਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਿੱਤੇ ਹੋਏ ਸਾਨੂੰ ਉਪਦੇਸ਼, ਇਹ ਬਖਸ਼ਿਸ਼ਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਗਤੀ ਦਾ ਪ੍ਰਤੀਕ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਦੇਗ ਅਤੇ ਤੇਗ। ਦੇਗ ਤੇਗ ਦੇ ਧਨੀ ਆਪ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਇਸ ਬਚਿੱਤਰ ਨਾਟਕ ਦੇ ਅੰਦਰ ਜਿੱਥੇ ਭੰਗਾਣੀ ਦੇ ਯੁੱਧ ਦਾ ਬੜੇ
ਵਿਸਥਾਰ ਸਹਿਤ ਵਰਣਨ ਕਰਦੇ ਆ। ਆਪਣੇ ਪਾਉਂਟੇ ਸਾਹਿਬ ਜਾਣ ਦਾ ਜ਼ਿਕਰ ਕਰਦੇ ਆ। 17 ਸਾਲ ਦੀ ਉਮਰ ਵਿੱਚ ਸੱਚੇ ਪਾਤਸ਼ਾਹ ਨੇ ਬਾਣੀਆਂ ਉਚਾਰਨ ਕੀਤੀਆਂ, ਉਹਨਾਂ ਦਾ ਜ਼ਿਕਰ ਆਉਂਦਾ ਹੈ। 12 ਦਿਨਾਂ ਦੇ ਅੰਦਰ ਕਿਲ੍ਹਾ ਸਿਰਜਿਆ ਸੱਚੇ ਪਾਤਸ਼ਾਹ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ। ਜ਼ਿਕਰ ਆਉਂਦਾ ਹੈ ਸੱਚੇ ਪਾਤਸ਼ਾਹ ਨੇ ਕਿਹਾ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਵੀ ਲਿਖਿਆ ਕਿ ਉਸ ਜੰਗਲ ਦੇ ਵਿੱਚ ਚੁਣ ਚੁਣ ਕੇ ਸ਼ੇਰ ਮਾਰੇ। ਜੈਥਰਥ ਵਰਗਿਆਂ ਦੀ ਕਿਹੜੀ ਸ਼ੇਰ ਦੇ ਰੂਪ ਵਿੱਚ ਫਿਰਦਿਆਂ ਦਾ ਉਧਾਰ ਕੀਤਾ। ਸਤਿਗੁਰੂ ਜੀ ਦੀ ਬੀਰਤਾ ਦਾ ਮੁਜੱਸਮਾ ਥੋੜੀ ਜੀ ਝਲਕ ਆਪ ਜੀ ਦੇ ਸਾਹਮਣੇ ਰੱਖਦਾ, ਥੋੜੀ ਜੀ ਝਲਕ ਦਰਸ਼ਨ ਕਰਨ ਦਾ ਯਤਨ ਕਰਨ। ਫਤਿਹ ਸ਼ਾਹ ਰਾਜਾ ਸਤਿਗੁਰੂ ਜੀ ਦੇ ਕੋਲ ਆਇਆ, ਮੈਂ ਵਿਸਥਾਰ ਨਹੀਂ ਕਰਾਂਗਾ। ਮੇਦਨੀ ਸ਼ਾਹ ਕੋਲ ਬੈਠਾ ਸੀ, ਮੇਦਨੀ ਪ੍ਰਕਾਸ਼ ਵਾਹਿਗੁਰੂ ਨਾਹਣ ਦਾ ਰਾਜਾ। ਆ ਕਰਕੇ ਖਬਰ ਦਿੱਤੀ ਸੱਚੇ ਪਾਤਸ਼ਾਹ, ਇੱਕ ਸ਼ੇਰ ਬੜਾ ਤੰਗ ਕਰਦਾ, ਮਾਲ ਡੰਗਰ ਖਾ ਜਾਂਦਾ। ਤੇ ਫਤਿਹ ਸ਼ਾਹ ਨੇ ਕਿਹਾ, ਮਹਾਰਾਜ ਇਹ ਸ਼ੇਰ ਦੀ ਬਾਬਤ ਸਾਰੇ ਜਾਣਦੇ ਆ, ਪਰ ਇਹਨੂੰ ਮਾਰ ਨਹੀਂ ਕੋਈ ਸਕਿਆ। ਗੁਰਦੇਵ ਕਹਿੰਦੇ, ਚੰਗਾ ਕੱਲ ਨੂੰ ਦਿਨ ਚੜ੍ਹੇਗਾ ਚੱਲਾਂਗੇ, ਦੱਸਿਓ। ਵਿਸਥਾਰ ਨਹੀਂ ਕਰਾਂਗਾ, ਮੈਂ ਕੇਵਲ ਦਰਸ਼ਨ ਕਰਾਉਣੇ ਤੁਹਾਨੂੰ ਉਸ ਥਾਂ ਦੇ ਜੋ ਕਵੀ ਰਾਜ ਨੇ ਕਿਸ ਤਰ੍ਹਾਂ ਬਿਆਨ ਕੀਤਾ। ਜਿਸ ਸਮੇਂ ਮਹਾਰਾਜ ਉੱਥੇ ਪਹੁੰਚ ਗਏ ਆ ਨਾ, ਜਿਸ ਝੜੀ ਦੇ ਵਿੱਚ ਸ਼ੇਰ ਬੈਠਾ ਹੋਇਆ, ਤੇ ਕਵੀ ਰਾਜ ਲਿਖਦੇ ਆ ਕਿ ਘੋੜਿਆਂ ਦੀ ਹਿਣਕਣ ਦੀ ਆਵਾਜ਼ ਨਾਲ ਸ਼ੇਰ ਦਹਾੜਿਆ। ਸ਼ੇਰ ਦੀ ਦਹਾੜਨ ਦੇ ਨਾਲ ਪੱਤੇ ਝੜ ਗਏ, ਫਲ ਡਿੱਗ ਗਏ ਤੇ ਪੰਛੀ ਉੱਡ ਗਏ ਰੁੱਖਾਂ ਤੋਂ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਮੇਦਨੀ ਪ੍ਰਕਾਸ਼ ਰਾਜਾ, ਫਤਿਹ ਸ਼ਾਹ ਰਾਜਾ, ਤੁਹਾਡੇ ਕੋਲ ਕੋਈ ਐਸਾ ਜਵਾਨ ਹੈ ਜਿਹੜਾ ਇਕੱਲਾ ਸ਼ੇਰ ਦਾ ਮੁਕਾਬਲਾ ਕਰੇ? ਕਹਿਣ ਲੱਗੇ, ਨਹੀਂ ਮਹਾਰਾਜ, ਇਹੋ ਜੀ ਭੁੱਲ ਨਾ ਕਰਿਓ, ਦੂਰੋਂ ਗੋਲੀਆਂ ਤੇ ਤੀਰਾਂ ਦਾ ਮੀਂਹ ਵਰਾ ਕੇ ਮਸਾਂ ਹੀ ਸ਼ੇਰ ਨੂੰ ਕਾਬੂ ਕੀਤਾ ਜਾ ਸਕੇਗਾ। ਸੱਚੇ ਪਾਤਸ਼ਾਹ ਜੀ ਨੇ ਆਦੇਸ਼ ਦਿੱਤਾ ਕਿ ਕਿਸੇ ਨੇ ਗੋਲੀ ਨਹੀਂ ਚਲਾਉਣੀ, ਕਿਸੇ ਨੇ ਤੀਰ ਨਹੀਂ ਚਲਾਉਣਾ। ਮੁਹਾਬਤ ਨੂੰ ਹਾਥੀ ਬਿਠਾਉਣ ਦਾ ਉਦੇਸ਼ ਜਿਹੜਾ ਸੀ ਮਹਾਰਾਜ ਨੇ ਹੁਕਮ ਭਾਵ ਦੇ ਦਿੱਤਾ। ਜਦੋਂ ਹਾਥੀ ਬੈਠ ਗਿਆ ਤੇ ਘੋੜਿਆਂ ਤੇ ਪਿੱਛੇ ਖਲੋਤੇ ਸਿੱਖ, ਕਿਉਂਕਿ ਉਦੋਂ ਅਜੇ ਅੰਮ੍ਰਿਤ ਸੰਚਾਰ ਨਹੀਂ ਸੀ ਹੋਇਆ, ਜਦੋਂ ਪੰਗਾਣੀ ਦਾ ਯੁੱਧ ਹੁੰਦਾ। ਪਿੱਛੇ ਸਿੱਖਾਂ ਨੂੰ ਅਨੁਮਾਨ ਲੱਗ ਗਿਆ ਕਿ ਗੁਰਦੇਵ ਆਪ ਉਤਰ ਕੇ ਚੱਲੇ ਆ। 17 ਸਾਲ ਦੀ ਉਮਰ ਹੈ। ਤੇ ਮਾਮਾ ਕਿਰਪਾਲ ਚੰਦ ਜੀ ਨੂੰ ਨਾ ਅੱਗੇ ਹੋ ਕੇ ਸ਼ੰਗੋ ਸ਼ਾਹ ਜੀ ਨੇ ਕਿਹਾ, ਮਹਾਰਾਜ ਦੇ ਵੱਡੇ ਭੂਆ ਜੀ ਦੇ ਪੁੱਤਰ, ਕਹਿਣ ਲੱਗੇ, ਮਾਮਾ ਜੀ ਤੁਸੀਂ ਗੁਰੂ ਸਾਹਿਬ ਨੂੰ ਬੇਨਤੀ ਕਰੋ, ਜਾਨਵਰ ਅਕਸਰ ਜਾਨਵਰ ਹੈ, ਉਹਦੇ ਸਾਹਮਣੇ ਨਾ ਜਾਣ। ਆਪਾਂ ਪਿੱਛੇ ਹਾਂ ਖੜੇ, ਅਸੀਂ ਸਭ ਅੱਗੇ ਵੱਧਦੇ ਹਾਂ। ਆਪਾਂ ਅੱਗੇ ਹੋ ਕਰਕੇ ਸ਼ੇਰ ਦਾ ਸ਼ਿਕਾਰ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਸ ਸਮੇਂ ਆਪ ਉਤਰੇ ਆ, ਮੈਨੂੰ ਸਮਾਪਤੀ ਦਾ ਹੁਕਮ ਹੋਇਆ, ਮੈਂ ਸਮਾਪਤੀ ਕਰ ਦੇਣੀ ਹੈ। ਜਿਸ ਸਮੇਂ ਮਹਾਰਾਜ ਨੇ ਅਜੇ ਗਾਤਰਿਓਂ ਸ੍ਰੀ ਸਾਹਿਬ ਨਹੀਂ ਖਿੱਚੀ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਜੇ ਢਾਲਾ ਵੀ ਮੋਢੇ ਤੋਂ ਨਹੀਂ ਲਾਇਆ, ਤੇ ਜਦੋਂ ਮਹਾਰਾਜ ਸ਼ੇਰ ਦੇ ਸਾਹਮਣੇ ਜਾਣ ਵਾਸਤੇ ਕਦਮ ਪੁੱਟ ਰਹੇ ਆ, ਮਾਮਾ ਕਿਰਪਾਲ ਚੰਦ ਜੀ ਸੰਗੋ ਸ਼ਾਹ ਜੀ ਦੀ ਬੇਨਤੀ ਕਰਨ ਤੋਂ ਕਾਹਲੀ ਨਾਲ ਅੱਗੇ ਆਏ ਕਿ ਗੁਰੂ ਸਾਹਿਬ ਨੂੰ ਬੇਨਤੀ ਕਰੀਏ ਕਿ ਆਪ ਸ਼ੇਰ ਦੇ ਸਾਹਮਣੇ ਨਾ ਜਾਓ, ਕਿਉਂਕਿ ਪਸ਼ੂ ਤਾਂ ਅਕਸਰ ਪਸ਼ੂ ਹੈ, ਜਾਨਵਰ ਹੈ। ਜਿਸ ਸਮੇਂ ਮਾਮਾ ਕਿਰਪਾਲ ਚੰਦ ਜੀ ਗੁਰਦੇਵ ਦੇ ਸਾਹਮਣੇ ਹੋਏ ਆ, ਕਵੀ ਰਾਜ ਲਿਖਦੇ ਆ ਕਿ ਮਸਤਕ ਦੇ ਉੱਤੇ ਇੰਨਾ ਨੂਰ ਦਗ ਰਿਹਾ ਸੀ, ਵੀਰ ਰਸ ਦੇ ਨਾਲ ਇੰਨੇ ਨੇਤਰ ਭਖ ਚੁੱਕੇ ਸੀ ਕਿ ਮਾਮਾ ਕਿਰਪਾਲ ਚੰਦ ਜੀ ਪਿਛਲੇ ਪੈਰੀ ਪਿਛਾਂਹ ਨੂੰ ਮੁੜ ਆਏ। ਤੇ ਇਸ ਸਮੇਂ ਸ਼ੰਗੋ ਸ਼ਾਹ ਜੀ ਕਹਿਣ ਲੱਗੇ, ਮਾਮਾ ਜੀ ਬੇਨਤੀ ਨਹੀਂ ਕੀਤੀ। ਤੇ ਸ਼ੰਗੋ ਸ਼ਾਹ ਨੂੰ ਮਾਮਾ ਕਿਰਪਾਲ ਚੰਦ ਜੀ ਨੇ ਕਿਹਾ, ਸ਼ੰਗੋ ਸ਼ਾਹ ਜੁਰਤ ਨਹੀਂ ਪਈ ਸਤਿਗੁਰੂ ਨੂੰ ਬੇਨਤੀ ਕਰਨ ਦੀ। ਮੇਰਾ ਹਿਆ ਨਹੀਂ ਪਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਸੂਰਮਤਾਈ ਦੇ ਮੁਜੱਸਮੇ ਗਰੀਬ ਨਵਾਜ਼। ਮੈਂ ਪੰਕਤੀਆਂ 3-4 ਨੇ ਗੁਰਦੇਵ ਦੀ ਸ਼ਹਾਦਤ ਦੀਆਂ, ਉਹਨਾਂ ਦੇ ਅੱਖਰੀ ਅਰਥ ਕਰਦੇ ਹਾਂ ਜੇ ਆਗਿਆ ਦਿਓ ਤੇ। ਸੋ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਤਾ ਸਤਿਗੁਰੂ ਦੀ ਸ਼ਹਾਦਤ ਕਹਿੰਦੇ ਆ। ਅੱਗੇ ਚੌਪਈ ਸ਼ੁਰੂ ਹੁੰਦੀ ਹੈ,
अब मैं अपनी कथा बखानो, तप साधत यह विद मोहयानो। हेमकुंट पर्वत है जहाँ, सप्त श्रृंग शोभत है तहाँ। सप्त श्रृंग तिह नाम कहावा, पांडराज जह जोग कमावा। तिह हम अधिक तपस्या साधी, महाकाल काल का आराधी। यह विद करत तपस्या भयो, दवाते एक रूप हवा गयो। तात मात मुर अलख अराधा, बहुविध योग साधना साधा। तिन जो करी अलख की सेवा, ताते भय प्रसन्न गुरदेवा। गुरु कलगीधर जी कहते, तिन प्रभ जब आयस मोह दिया, तब हम जन्म कलहू मैं लिया। किसे अवतार ने अपनी कथा आप अपनी कलम नाल नहीं लिखी। धन गुरु गोबिंद सिंह साहब सच्चे पातशाह अपनी कथा नूं आप लिखिया। गरीब नवाज अपने पिता जी की शहादत कहते हैं। केवल इन्हां 2-4 पंक्तियां दे मैं अर्थ करके समाप्ति कर देनी है। महापुरुषों की बरसी ते आपने हाजरियां भरियां। इन्ना ज्ञान का प्रसाद जिहड़ा वंडिया गया आप जी, क्योंकि कई गल्लां तां चेते नहीं रहिंदियां, पर कुछ एक किणका जिहड़ा वो अपने पल्ले जरूर बन करके खड़ना। मुख मकसद है कि पतत पुणे की लहर नूं खत्म किया जाए। जिन्ने भी तुसीं इत्थे सुनन वाले हो, तुसीं 10-10 नूं 20-20 नूं अगे तैयार कर सकते हो। पर जे कोई शाम ਨੂੰ ਕੰਮ ਤੋਂ ਆ ਕੇ ਕਹੋ ਮੇਰਾ ਤਾਂ ਹੁਣ ਰਿਲੈਕਸ ਹੋਣ ਦਾ ਸਮਾਂ, ਨਹਾ ਕੇ ਟੀਵੀ ਦੇ ਸਾਹਮਣੇ ਬਹਿ ਕੇ ਚੈਨਲਾਂ ਨੂੰ ਬਦਲਦੇ ਜਾਓਗੇ, ਦਿਮਾਗ ਥੱਕ ਜਾਏਗਾ, ਕੁਝ ਪ੍ਰਾਪਤ ਨਹੀਂ ਹੋਣਾ। ਜਦੋਂ ਕੰਮ ਤੋਂ ਵਿਹਲੇ ਹੁੰਨੇ ਹੋ, ਕਿਰਤ ਤੋਂ ਵਿਹਲੇ ਹੁੰਨੇ ਹੋ, ਉਦੋਂ ਧਰਮ ਦੀ ਕਿਰਤ ਕਰਨ ਲੱਗ ਜਾਇਆ ਕਰੋ ਕਿ ਕਿਸੇ ਨਾ ਕਿਸੇ ਨੂੰ ਪ੍ਰੇਰ ਕੇ ਸਿੱਖੀ ਵੱਲ ਲਿਆਉਣਾ, ਉਹਦੇ ਕੇਸ ਰਖਾਉਣ ਵਾਸਤੇ ਬੇਨਤੀ ਕਰਨੀ। ਆਪਣੀ ਸ਼ਖਸੀਅਤ ਨੂੰ ਇੰਨੇ ਪਿਆਰ ਵਾਲੇ ਬਣਾਓ ਕਿ ਤੁਹਾਨੂੰ ਕਹਿਣ ਦੀ ਲੋੜ ਨਾ ਪਵੇ। ਅਸੀਂ ਖੁਦ ਜਿਹੜੇ ਮੋਨੇ ਆ, ਕਲੀਨ ਸ਼ੇਪ ਸ਼ਬਦ ਮੈਨੂੰ ਸਿੰਘ ਕਹਿੰਦੇ ਨਾ ਵਰਤਿਆ ਕਰੋ, ਕਿਉਂਕਿ ਉਹ ਸਮਝਦੇ ਅਸੀਂ ਸਾਫ਼ ਹਾਂ ਤੇ ਤੁਸੀਂ ਗੰਦੇ ਹੋ। ਇਹ ਮੈਨੂੰ ਸਿੰਘਾਂ ਨੇ ਦੱਸਿਆ, ਕਲੀਨ ਸ਼ੇਪ ਸ਼ਬਦ ਇਸ ਤਰ੍ਹਾਂ ਬਣਿਆ। ਸਾਨੂੰ ਇਹ ਨਹੀਂ ਵਰਤਣਾ ਚਾਹੀਦਾ। ਪਰ ਜਦੋਂ ਕਿ ਅਸਲ ਦੇ ਅੰਦਰ ਉਹਨਾਂ ਨੂੰ ਗਿਆਨ ਨਹੀਂ ਹੈ ਮੇਰੇ ਵੀਰਾਂ ਨੂੰ। ਪਰ ਜਿੱਥੇ ਜਿੱਥੇ ਵੀ ਮੈਨੂੰ ਸੇਵਾ ਪ੍ਰਾਪਤ ਹੋਈ ਹੈ, ਬਹੁਤ ਜ਼ਿਆਦਾ ਮੋਨੇ ਵੀਰ ਹੀ ਮੇਰੇ ਨਾਲ ਪਿਆਰ ਕਰਦੇ ਆ, ਕਿਉਂਕਿ ਮੈਂ ਉਹਨਾਂ ਨੂੰ ਆਪਣੇ ਪਿਆਰ ਨਾਲ ਲਾਇਆ ਤੇ ਮੇਰੇ ਪੁਰਖਿਆਂ ਨੇ ਕਿਹਾ ਕਿ ਨਾਲ ਲਾਓ। ਮੇਰੇ ਵੱਡਿਆਂ ਨੇ ਉਪਦੇਸ਼ ਦਿੱਤਾ। ਜਿੰਨੇ ਵੀ ਸ਼ਹਿਰਾਂ ਵਿੱਚ ਦਾਸ ਨੇ ਜਾ ਕੇ ਸੇਵਾ ਕੀਤੀ ਹੈ, ਬਹੁਤ ਜ਼ਿਆਦਾ ਮੋਨੇ ਵੀਰ ਜਿਹੜੇ ਸੀ, ਜਦੋਂ ਉਹਨਾਂ ਦੀ ਸੰਥਿਆ 22 ਵਾਰਾਂ ਤੇ ਜਾਂ ਭਗਤ ਬਾਣੀ ਤੇ ਆਉਂਦੀ ਸੀ, ਮੈਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ। ਆਪਣੇ ਆਪ ਪਰਿਵਾਰਾਂ ਸਮੇਤ ਉਹਨਾਂ ਨੇ ਅੰਮ੍ਰਿਤ ਛਕੇ ਆ ਆਪਣੇ ਆਪ, ਕਿਉਂਕਿ ਗੁਰਬਾਣੀ ਆਪਣੇ ਆਪ ਵਿੱਚ ਇੱਕ ਸਾਧ ਸੰਗਤ ਜੀ ਜਾਗਦੀ ਜੋਤ ਹੈ। ਕਹਿਣ ਦੀ ਲੋੜ ਨਹੀਂ ਪੈਂਦੀ। ਅੰਮ੍ਰਿਤ ਛਕੇ ਦਾ ਵੀ ਉਦੋਂ ਪਤਾ ਲੱਗ ਜਾ ਜਦੋਂ ਆਪ ਤਰਸ ਨਾਲ ਮੰਗੇ ਕਿ ਮੈਨੂੰ ਅੰਮ੍ਰਿਤ ਦੀ ਦਾਤ ਮਹਾਰਾਜ ਦੇ ਦਿਓ। ਸੱਚੇ ਪਾਤਸ਼ਾਹ ਆਪਣੇ ਗੁਰਦੇਵ ਪਿਤਾ ਜੀ ਬਾਰੇ ਕਹਿੰਦੇ ਨੇ। ਆਓ ਮੈਂ ਫਿਰ ਸਮਾਪਤੀ ਕਰਾਂਗਾ। ਮਹਾਰਾਜ ਨਾਲ ਜੁੜਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਨ ਤੇ ਤੇਕ ਬਹਾਦਰ ਭਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਸੱਚਖੰਡ ਗਏ, ਤਿੰਨ ਤੇ ਤੇਗ ਬਹਾਦਰ ਭਏ। ਤਿੰਨਾਂ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਸੋਏ। ਜਦੋਂ ਮਹਾਰਾਜ ਨੇ ਦਿੱਲੀ ਦੇ ਵਿੱਚ ਪਣਗੇ ਦੀਆਂ ਪਰਿਕਰਮਾ ਕਰਕੇ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਬਲ ਗੁਰ ਸੰਗਤ ਆਪ ਸੰਭਾਲੇ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਦੇ ਮਾਲਕ ਹੋਏ। ਤਿਲਕ ਯੰਜੂ ਰਾਖਾ ਪ੍ਰਭ ਤਾਂ ਕਾ। ਜਦੋਂ ਵੱਡਿਆਂ ਸਤਿਗੁਰਾਂ ਜੀ ਤੱਕ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾ, ਤੇ ਗੁਰਦੇਵ ਪਿਤਾ ਦੀ ਸ਼ਹਾਦਤ ਦਾ ਕੇਵਲ ਤੇ ਕੇਵਲ ਸਾਧ ਸੰਗਤ ਜੀ ਇਸ ਪਾਵਨ ਗ੍ਰੰਥ ਦੇ ਅੰਦਰ ਜ਼ਿਕਰ ਹੈ। ਹੋਰ ਜਿੰਨੇ ਵੀ ਗ੍ਰੰਥ ਅੱਜ ਕੱਲ੍ਹ, ਕਿਉਂਕਿ ਕੌਮ ਦੀ ਹਾਲਤ ਵੀ ਇਸ ਤਰ੍ਹਾਂ ਦੀ ਹੈ, ਉਹਨਾਂ ਵਿੱਚ ਗੁਰਦੇਵ ਦੀ ਸ਼ਹਾਦਤ ਨੂੰ ਬਹੁਤ ਟੇਢੇ ਢੰਗ ਨਾਲ ਬਿਆਨ ਕੀਤਾ ਗਿਆ। ਔਰੰਗਜ਼ੇਬ ਦਾ, ਸ਼ਾਹਜਹਾਂ ਦਾ, ਜਹਾਂਗੀਰ ਦਾ ਹਿਸਟਰੀ ਵਿੱਚ ਜ਼ਿਕਰ ਕੀਤਾ ਜਾਂਦਾ ਹੈ, ਪਰ ਉਸ ਹਿਸਟਰੀ ਦੇ ਵਿੱਚ ਕਿਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਨਹੀਂ ਹਿੰਦੁਸਤਾਨ ਦੀਆਂ ਕਿਤਾਬਾਂ ਦੇ ਅੰਦਰ। ਜੇ ਹੈ ਤੇ ਕੇਵਲ ਇੰਨਾ ਲਿਖਿਆ ਹੋਇਆ ਉਸ ਹਿਸਟਰੀ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਲੜਾਕੂ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਜਿਸ ਸਤਿਗੁਰੂ ਜੀ ਨੇ ਆਪਣੇ ਪਰਿਵਾਰ ਦਾ ਲਹੂ ਪਾ ਕੇ ਇਸ ਦੀਆਂ ਜੜ੍ਹਾਂ ਪੁੱਟੀਆਂ, ਉਸ ਸਾਮਰਾਜ ਦੇ ਅੰਦਰ ਸਤਿਗੁਰੂ ਜੀ ਦੇ ਕਿਸੇ ਵੀ ਪਰਿਵਾਰ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ। ਤੇ ਕਿਉਂ ਵਿਰੋਧ ਹੁੰਦਾ ਸ਼੍ਰੀ ਦਸਮ ਗ੍ਰੰਥ ਦੀ ਬਾਣੀ ਦਾ? ਕਿਉਂਕਿ ਦਸਮ ਗ੍ਰੰਥ ਦੀ ਬਾਣੀ ਦੱਸ ਰਹੀ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੋਈ ਘਰੋਗੀ ਲੜਾਈ ਸੀ ਔਰੰਗਜ਼ੇਬ ਨਾਲ।
ਇਹ ਸ਼ਬਦ ਕਹਿ ਰਹੇ ਹੈ, ਤਿਲਕ ਅਤੇ ਜੰਝੂ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਤਿਲਕ ਤੇ ਜੰਝੂ ਦੀ ਰੱਖਿਆ ਕੀਤੀ ਹੈ। ਕੀਨੋ ਵੱਡੋ ਕਲੂ ਮੇ ਸਾਕਾ। ਕਲਯੁਗ ਦੇ ਅੰਦਰ ਗੁਰਦੇਵ ਨੇ ਵੱਡਾ ਸਾਕਾ, ਜਿਹੜਾ ਸ਼ਹੀਦੀ ਸਾਕਾ ਵਰਤਾਇਆ। ਜੇ ਸਤਿਗੁਰੂ ਆਪਣੇ ਸਵਾਸਾਂ ਦੀ ਡੋਰੀ ਨਾ ਉੱਥੇ ਤੋੜਦੇ ਤੇ ਸਾਰੇ ਸੰਸਾਰ ਤੇ ਅੱਜ ਹਿੰਦੁਸਤਾਨ ਦਾ ਨਾਮੋ ਨਿਸ਼ਾਨ ਨਹੀਂ ਸੀ ਰਹਿਣਾ, ਹਿੰਦੂਆਂ ਦਾ ਨਾਮੋ ਨਿਸ਼ਾਨ ਨਹੀਂ ਸੀ ਰਹਿਣਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਵਾਸਾਂ ਦੀ ਡੋਰੀ ਹੈ, ਜੋ ਹਿੰਦੂ ਵੀਰ ਆਪਣੇ ਗਾਤਰੇ ਜੰਝੂ ਪਹਿਨਦੇ ਹਨ, ਆਪਣੇ ਮੱਥੇ ਤੇ ਕੇਸਰ ਦਾ ਤਿਲਕ ਲਾਉਂਦੇ ਆ। ਇਹ ਸਾਧ ਸੰਗਤ ਜੀ ਗੁਰਦੇਵ ਦਾ ਡੁੱਲਿਆ ਹੋਇਆ ਖੂਨ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਜ਼ੁਰਗ ਖੂਨ ਡੋਲ ਕਰਕੇ ਇਸ ਧਰਮ ਦੀ ਰੱਖਿਆ ਕੀਤੀ। ਮੈਂ ਲੰਡਨ ਦੇ ਵਿੱਚ ਮਿਊਜ਼ੀਅਮ ਦੇ ਮੈਨੂੰ ਵਿਖਾ ਰਹੇ ਸੀ ਸਿੰਘ, ਉੱਥੇ ਕੁਝ ਵੀਰ ਮਿਲੇ, ਉਹ ਮਹਾਰਾਜੇ ਦੇ ਤਖਤ ਬਾਰੇ ਪੁੱਛ ਰਹੇ ਸੀ ਕਿ ਕਿੱਧਰ ਹੈ ਮਹਾਰਾਜੇ ਦਾ ਤਖਤ, ਤੇ ਅਸੀਂ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਤੇ ਮੈਨੂੰ ਹਿੰਦੀ ਵਿੱਚ ਕਹਿੰਦੇ, ਹਮ ਜਾਣਤੇ हैं आप कौन है, आप गुरु तेग बहादुर साहब की उम्मत है। अगर गुरु तेग बहादुर साहब अपनी शहादत ना देते, आज हिंदुस्तान अफगानिस्तान जैसा होता। एहसास है सच्चे पातशाह जी महाराज ने अपनी शहादत तिलक ते जंजू दी खातर दिती है। साधन हेत इति जिन करी। सच्चे पातशाह जी महाराज ने साधु महात्मा दी ਰੱਖਿਆ ਕਰਨ ਵਾਸਤੇ, ਧਰਮ ਦੀ ਰੱਖਿਆ ਕਰਨ ਵਾਸਤੇ ਹੱਦ ਮੁਕਾ ਦਿੱਤੀ। ਸੀਸ ਦਿਆ ਪਰ ਸੀ ਨਾ ਉਚਰੀ। ਮਹਾਰਾਜ ਨੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ, ਪਰ ਮੁਖ ਤੋਂ ਸੀ ਨਹੀਂ ਉਚਾਰੀ। ਗੁਰਦੇਵ ਨੇ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸੁਣਾਇਆ ਕਰਦੇ ਸੀ। ਮੈਂ ਛੋਟੇ ਹੁੰਦਿਆਂ ਟੇਪ ਰਿਕਾਰਡਾਂ ਦੇ ਵਿੱਚ ਉਹ ਸ਼ਹਾਦਤ ਦਾ ਸਾਰਾ ਸਾਕਾ ਸੁਣਿਆ, ਤੇ ਇੱਕ ਪਾਸੇ ਟੇਪ ਲਾ ਦਿਓ, ਇੱਕ ਪਾਸੇ ਮੈਂ ਸ਼ੁਰੂ ਹੋ ਜਾ, ਇੱਕ ਵੀ ਅੱਖਰ ਦਾ ਫਰਕ ਨਹੀਂ ਪੈਂਦਾ। ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਵੀ ਇਸ ਤਰ੍ਹਾਂ ਮਹਾਰਾਜ ਦੀ ਸ਼ਹਾਦਤ ਸੁਣਾਉਂਦੇ ਜਿਵੇਂ ਮਹਾਂਪੁਰਸ਼ਾਂ ਤੋਂ ਸੁਣੀ। ਬਹੁਤ ਜਲਾਲ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਉਹਨਾਂ ਨੇ ਸਿੱਖ ਕੌਮ ਦੇ ਅੰਦਰ ਬਿਆਨ ਕੀਤੀ ਹੈ, ਦੱਸੀ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ। ਧਰਮ ਹੇਤ ਸਾਕਾ ਜਿਨ ਕੀਆ। ਧਰਮ ਦੀ ਰੱਖਿਆ ਵਾਸਤੇ ਸਤਿਗੁਰੂ ਜੀ ਨੇ ਸ਼ਹੀਦੀ ਸਾਕਾ ਵਰਤਾਇਆ। ਸੀਸ ਦਿਆ ਪਰ ਸਿਰ ਨਾ ਦਿਆ। ਮਹਾਰਾਜ ਨੇ ਆਪਣਾ ਸੀਸ ਦੇ ਦਿੱਤਾ, ਪਰ ਸੱਚੇ ਪਾਤਸ਼ਾਹ ਨੇ ਧਰਮ ਨਹੀਂ ਛੱਡਿਆ। ਕਈ ਵੀਰ ਨਾ ਇਸ ਤਰ੍ਹਾਂ ਲਿਖਣ ਲੱਗ ਗਏ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ तो दे दी, पर आपने हिंदू धर्म नहीं छोड़ा। ਵੇਖੋ ਗੱਲ ਕਿੱਧਰ ਨੂੰ ਜਾਂਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਅਕੀਦਾ ਨਹੀਂ ਹੈ ਕਿ ਮੂਰਤੀ ਦੀ ਪੂਜਾ ਕੀਤੀ ਜਾਵੇ ਜਾਂ ਜੰਝੂ ਪਹਿਨਿਆ ਜਾਵੇ ਜਾਂ ਮੱਥੇ ਤੇ ਤਿਲਕ ਲਾਉਣਾ, ਇਹ ਸਿੱਖ ਧਰਮ ਦਾ ਅਕੀਦਾ ਨਹੀਂ ਹੈ। ਔਰੰਗਜ਼ੇਬ ਨੇ ਵੀ ਕਿਹਾ ਸੀ ਕਿ ਸੱਚੇ ਪਾਤਸ਼ਾਹ ਮੈਂ ਆਪ ਨੂੰ ਮਾਰਨਾ ਨਹੀਂ ਚਾਹੁੰਦਾ, ਤੁਸੀਂ ਇਸ ਨੂੰ ਸਹੀ ਤਸਲੀਮ ਆਪ ਨਹੀਂ ਕਰਦੇ ਤੇ ਫਿਰ ਇਹਦੀ ਰੱਖਿਆ ਕਰਨ ਵਾਸਤੇ ਕਿਉਂ ਤੁਲੇ ਹੋਏ ਹੋ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ, ਔਰੰਗਜ਼ੇਬ ਦੇਵਨੇਤ ਦੇ ਨਾਲ ਜੇ ਹਿੰਦੁਸਤਾਨ ਦੀ ਰਾਜਸੀ ਸੱਤਾ ਹਿੰਦੂਆਂ ਦੇ ਹੱਥ ਵਿੱਚ ਹੁੰਦੀ, ਹਿੰਦੂ ਮੁਸਲਮਾਨ ਧਰਮ ਨੂੰ ਜ਼ਬਰਦਸਤੀ ਨਸ਼ਟ ਕਰ ਰਹੇ ਹੁੰਦੇ, ਤੇ ਅਸੀਂ ਮੁਸਲਮਾਨ ਦੀ ਧਰਮ ਦੀ ਰੱਖਿਆ ਵਾਸਤੇ ਅੱਗੇ ਆਉਣਾ ਸੀ। ਅਸੀਂ ਕਿਸੇ ਧਰਮ ਦੇ ਵਿਰੋਧ ਵਿੱਚ ਨਹੀਂ ਆ, ਅਸੀਂ ਜ਼ੁਲਮ ਦੇ ਵਿਰੋਧ ਵਿੱਚ ਆ। ਸੱਚੇ ਪਾਤਸ਼ਾਹ ਨੇ ਆਪਣਾ ਸੀਸ ਦੇ ਕੇ ਜ਼ੁਲਮ ਨੂੰ ਠੱਲ ਪਾਈ। ਤੇ ਯਾਦ ਰੱਖਣੀ ਇਹ ਗੱਲ, ਗੁਰਦੇਵ ਦੀ ਸ਼ਹਾਦਤ ਤੋਂ ਬਾਅਦ ਇੱਕ ਵੀ ਜੰਝੂ ਨਹੀਂ ਲਾਇਆ ਗਿਆ, ਤੇ ਔਰੰਗਜ਼ੇਬ ਜ਼ਾਲਮ ਬਾਦਸ਼ਾਹ ਇੱਕ ਵੀ ਰਾਤ ਦਿੱਲੀ ਨਹੀਂ ਰਹਿ ਸਕਿਆ। ਸੱਚੇ ਪਾਤਸ਼ਾਹ ਨੇ ਜਦੋਂ ਸ਼ਹਾਦਤ ਦਿੱਤੀ ਆ, ਨਾਟਕ ਚੇਟਕ ਕੀਏ ਕੋ ਕਾਜਾ। ਸੱਚੇ ਪਾਤਸ਼ਾਹ ਨੂੰ ਅਖੀਰ ਤੇ ਕਿਹਾ ਸੀ, ਇਹ ਦੋ ਪੰਕਤੀਆਂ ਰਹਿੰਦੀਆਂ ਸਮਾਪਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ, ਔਰੰਗਜ਼ੇਬ ਨੇ ਜੋ ਕਿਹਾ ਉਹ ਗੁਰਦੇਵ ਨੇ ਅੰਕਿਤ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਔਰੰਗਜ਼ੇਬ ਨੇ ਕਿਹਾ ਮੈਂ ਆਪ ਨੂੰ ਮਾਰਨਾ ਨਹੀਂ ਚਾਹੁੰਦਾ, ਗੁਰਦੇਵ ਮੈਂ ਤੁਹਾਨੂੰ ਸ਼ਹੀਦ ਨਹੀਂ ਕਰਨਾ ਚਾਹੁੰਦਾ, ਕੋਈ ਕਰਾਮਾਤ ਵਿਖਾ ਦਿਓ, ਤੁਹਾਡੀ ਜਾਨ ਬਖਸ਼ ਦਿੱਤੀ ਜਾਵੇ। ਹਾਲਾਤ ਵੇਖਣੇ ਚਾਹੀਦੇ ਆ। ਇਹਨਾਂ ਚੀਜ਼ਾਂ ਦਾ ਹਵਾਲਾ ਦੇ ਕਰਕੇ ਨਾ ਕਈ ਵਾਰੀ ਇਹ ਕਹਿੰਦੇ ਕਿ ਗੁਰੂ ਘਰ ਦੇ ਵਿੱਚ ਕੋਈ ਕਰਾਮਾਤ ਹੈ ਹੀ ਨਹੀਂ। ਕਰਾਮਾਤ ਤੇ ਗੁਰਦੇਵ ਦੇ ਕੂਕਰਾਂ ਵਿੱਚ ਹੈ। ਸੱਚੇ ਪਾਤਸ਼ਾਹ ਮਹਾਰਾਜ ਦਾ ਇਕੱਲਾ ਸਿੱਖ ਹੀ ਕਹਿੰਦਾ ਮੈਂ ਤਾੜੀ ਮਾਰ ਕੇ ਲਾਹੌਰ ਤੇ ਦਿੱਲੀ ਨਸ਼ਟ ਕਰ ਦਿਆਂਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉੱਥੇ ਕੀ ਸ਼ਬਦ ਕਹੇ ਆ? ਮਹਾਰਾਜ ਕਹਿੰਦੇ ਔਰੰਗਜ਼ੇਬ
ਆਪਣੀ ਜਾਨ ਬਚਾਉਣ ਵਾਸਤੇ ਅਸੀਂ ਕਰਾਮਾਤ ਨਹੀਂ ਦਿਖਾਵਾਂਗੇ, ਕਿਉਂਕਿ ਕਰਾਮਾਤ ਜਿਹੜੀ ਆ ਉਹਨਾਂ ਨਾਟਕ ਚੇਟਕ ਹੈ। ਇਹ ਖੋਟਾ ਕਰਮ ਜਿਹੜਾ ਅਸੀਂ ਨਹੀਂ ਕਰਾਂਗੇ। ਪ੍ਰਭ ਲੋਗਨ ਕਹਿ ਆਵਤ ਲਾਜਾ, ਕਿਉਂਕਿ ਰੱਬ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ ਕਰਾਮਾਤ ਦਿਖਾਉਣ ਲੱਗਿਆਂ। ਕਿਉਂ ਆਉਂਦੀ ਹੈ? ਧਿਆਨ ਦਿਓ। ਜੇ ਕਿਸੇ ਕੋਲੋਂ ਤੁਸੀਂ ਚੀਜ਼ ਲਈ ਹੋਵੇ ਤੇ 5 ਦਿਨ ਬਾਅਦ ਉਹਨੂੰ ਕਹੋ ਆ ਤੈਨੂੰ ਦਿਖਾਵਾਂ ਇੱਕ ਬੜੀ ਅਨੋਖੀ ਚੀਜ਼ ਹੈ ਮੇਰੇ ਕੋਲ, ਉਹ ਅੱਗੋਂ ਹੱਸ ਕੇ ਕਹੇਗਾ ਮੂਰਖਾ ਮੇਰੇ ਕੋਲੋਂ ਲਈ ਮੈਨੂੰ ਵਿਖਾਈ ਜਾਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰੱਬ ਦੇ ਪਿਆਰੇ ਕਰਾਮਾਤ ਨਹੀਂ ਦਿਖਾਉਂਦੇ, ਕਿਉਂਕਿ ਰੱਬ ਕੋਲੋਂ ਹੀ ਲਈ ਆ ਤੇ ਹਰੇਕ ਥਾਂ ਤੇ ਰੱਬ ਨੂੰ ਹੀ ਵੇਖਦੇ। ਇਸ ਕਰਕੇ ਕਹਿੰਦੇ ਪਰਮਾਤਮਾ ਤੇਰੇ ਕੋਲੋਂ ਲਈ ਹੋਈ ਸ਼ਕਤੀ ਤੈਨੂੰ ਕੀ ਦਿਖਾਈਏ। ਹਰੇਕ ਦੇ ਅੰਦਰ ਉਹਦੀ ਜੋਤ ਵੇਖਦੇ ਆ। ਇਸ ਕਰਕੇ ਉਹ ਆਪਣੀ ਵਡਿਆਈ ਖਾਤਰ, ਆਪਣੀ ਪ੍ਰਭਤਾ ਖਾਤਰ ਕਦਾਚਿਤ ਵੀ ਉਹ ਸ਼ਕਤੀ ਨਹੀਂ ਪ੍ਰਗਟ ਕਰਦੇ, ਭਾਵੇਂ ਬਲੀਦਾਨ ਦੇ ਦਿੰਦੇ ਹਨ। ਦੋਹਰਾ ਠੀਕਰ ਫੋਰ ਦਲੀਸ ਸਿਰ, ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਠੀਕਰਾ ਤੋੜ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਰੀਰ ਦਾ। ਪ੍ਰਭੁਰ ਕੀਆ ਪਿਆਨ, ਤੇ ਸੱਚਖੰਡ ਨੂੰ ਸੱਚੇ ਪਾਤਸ਼ਾਹ ਨੇ ਪਿਆਨਾ ਕੀਤਾ। ਏਕ ਬਹਾਦਰ ਸੀ ਕਿਰਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਕਾਰਜ ਕਰੀ ਨਾ ਕਿਨਹੂ ਆਨ, ਕਿਸੇ ਨੇ ਵੀ ਇਸ ਸੰਸਾਰ ਤੇ ਆ ਕੇ ਨਹੀਂ ਕੀਤਾ, ਕਿਉਂਕਿ ਹਰ ਕੋਈ ਆਪਣੇ ਧਰਮ ਵਾਸਤੇ ਤਾਂ ਬਲੀਦਾਨ ਦਿੰਦਾ ਹੈ। ਗੁਰਦੇਵ ਨੇ ਤਿਲਕ ਤੇ ਜੰਝੂ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਏ। ਤੇਗ ਬਹਾਦਰ ਕੇ ਚਲਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੱਚਖੰਡ ਜਾਣ ਨਾਲ ਸ਼ਹਾਦਤ ਹੋਣ ਕਰਕੇ ਭਇਓ ਜਗਤ ਕੋ ਸ਼ੋਕ, ਸਾਰੇ ਜਗਤ ਦੇ ਅੰਦਰ ਸ਼ੋਕ ਦੀ ਲਹਿਰ ਫੈਲ ਗਈ। ਇਤਿਹਾਸ ਦੱਸਦਾ ਜਦੋਂ ਗੁਰਦੇਵ ਦਾ ਸੀਸ ਲੱਥਿਆ ਸੀ ਉਦੋਂ ਬਹੁਤ ਲਾਲ ਰੰਗ ਦਾ ਆਕਾਸ਼ ਹੋ ਗਿਆ। ਇੰਨੀ ਜ਼ੋਰ ਦੀ ਹਨੇਰੀ ਚੱਲੀ ਕਿ ਹਰ ਇੱਕ ਦੀਆਂ ਅੱਖਾਂ ਪੂਰੀਆਂ ਗਈਆਂ। ਸਾਰੇ ਸੰਸਾਰ ਦੇ ਅੰਦਰ ਸ਼ੋਕ ਫੈਲ ਗਿਆ ਜਦੋਂ ਮਹਾਰਾਜ ਨੇ ਸ਼ਹਾਦਤ ਦਿੱਤੀ ਆ। ਹੈ ਸਭ ਜਗ ਭਇਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹਾਹਾਕਾਰ ਮਚ ਗਈ ਹੈ ਸਾਰੇ ਹਿੰਦੁਸਤਾਨ ਦੇ ਅੰਦਰ, ਕਿਉਂਕਿ ਗੁਰਦੇਵ ਦੀ ਸ਼ਹਾਦਤ ਹੋਣੀ ਕੋਈ ਛੋਟੀ ਬਾਤ ਨਹੀਂ ਸੀ। ਸਾਰੇ ਹਿੰਦੁਸਤਾਨ ਦੇ ਅੰਦਰ ਹਾਹਾਕਾਰ ਮਚ ਗਈ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦ ਹੋਏ। ਜੈ 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 ਸੁਰ ਲੋਕ, ਸੁਰ ਲੋਕ ਦੇਵਤਿਆਂ ਦੇ ਲੋਕ ਤੱਕ ਸਾਧ ਸੰਗਤ ਜੀ ਜੈ ਜੈਕਾਰ ਦੀ ਧੁਨ ਹੋਈ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਤੀ ਹੈ। ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਦਾ ਸਥਾਨ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਤੋਂ ਅੱਗੇ ਆਪਣੀ ਕਥਾ ਜਿਹੜੀ ਹੈ ਉਹ ਵਿਖਿਆਨ ਕੀਤੀ ਹੈ। ਬਚਿੱਤਰ ਨਾਟਕ ਦੀ ਅਮਰ ਰਚਨਾ ਗਰੀਬ ਨਵਾਜ ਸਤਿਗੁਰੂ ਜੀ ਨੇ ਇਸ ਦੇ ਅੰਦਰ ਬਹੁਤ ਭਾਰੀ ਬਖਸ਼ਿਸ਼ਾਂ ਕੀਤੀਆਂ। ਆਪਣੇ ਆਉਣ ਦਾ ਕਾਰਨ ਦੱਸਿਆ ਕਿ ਅਸੀਂ ਕਿਸ ਕਾਰਨ ਕਰਕੇ ਇਸ ਸੰਸਾਰ ਤੇ ਆਏ ਹਾਂ ਤੇ ਜਿਸ ਕਾਰਨ ਕਰਕੇ ਸਾਨੂੰ ਭੇਜਿਆ ਗਿਆ। ਵਾਹਿਗੁਰੂ ਦਾ ਹੁਕਮ ਅਸੀਂ ਕਿਸੇ ਕੋਲੋਂ ਲੁਕਾਵਾਂਗੇ ਨਹੀਂ, ਕਿਸੇ ਦਾ ਡਰ ਨਹੀਂ, ਭੈ ਨਹੀਂ ਮੰਨਾਂਗੇ, ਸਭ ਨੂੰ ਉਹ ਹੁਕਮ ਜਿਹੜਾ ਸੁਣਾਵਾਂਗੇ। ਇਹ ਸਤਿਗੁਰੂ ਜੀ ਨੇ ਇਸ ਗ੍ਰੰਥ ਦੇ ਅੰਦਰ ਬਖਸ਼ਿਸ਼ ਭਰੇ ਬਚਨ ਕਹੇ ਆ। ਬਹੁਤ ਆਪ ਨੇ ਮਾਣ ਬਖਸ਼ਿਆ। ਇਸ ਮਹਾਨ ਪਵਿੱਤਰ ਦਿਹਾੜੇ ਤੇ ਇਹ ਵੱਡੇ ਸਮਾਗਮ ਰਚੇ ਗਏ ਆ। ਭਾਈ ਹਰਜਿੰਦਰ ਸਿੰਘ ਜੀ ਖੇਲਾ, ਹੋਰ ਗੁਰਮੁਖ ਪਿਆਰੇ, ਕਿਉਂਕਿ ਜਿਹੜੇ ਸਰੀਰ ਕਰਕੇ ਸਾਨੂੰ ਅੱਗੇ ਨਹੀਂ ਨਾ ਦਿਖਾਈ ਦਿੰਦੇ ਜਾਂ ਨਾਮ ਕਰਕੇ ਅੱਗੇ ਨਹੀਂ ਦਿਖਾਈ ਦਿੰਦੇ, ਪਰ ਪਿੱਛੇ ਉਹ ਰੀੜ੍ਹ ਦੀ ਹੱਡੀ ਵਾਂਗੂ ਕੰਮ ਕਰਦੇ। ਬਹੁਤ ਉਹਨਾਂ ਨੌਜਵਾਨਾਂ ਨੇ ਮਿਹਨਤ ਕੀਤੀ ਹੈ ਤੇ ਤਕਰੀਬਨ ਸਾਲ ਪਹਿਲਾਂ ਹੀ ਇਸ ਸਮਾਗਮ ਦੀਆਂ ਉਹਨਾਂ ਨੇ ਤਿਆਰੀਆਂ ਕੀਤੀਆਂ ਸਨ ਤੇ ਹੁਣ ਸੰਗਤ ਵਿੱਚੋਂ ਜੇ ਇੱਛਾ ਆਈ ਹੈ ਕਿ ਅਗਲੇ ਸਾਲ ਵੀ ਇਹ ਸਮਾਗਮ ਰਚੇ ਜਾਣ ਤੇ ਤੁਸੀਂ ਤਨ ਮਨ ਧਨ ਕਰਕੇ ਜ਼ਰੂਰ ਨੌਜਵਾਨਾਂ ਦਾ ਸਾਥ ਦਿਓ, ਤਾਂ ਕਰਕੇ ਹੀ ਕਿ ਇਹ ਸਮਾਗਮ ਜਿਹੜੇ ਆ ਹੋਰ ਵੀ ਸੋਹਣੇ ਤਰੀਕੇ ਨਾਲ ਉਲੀਕੇ ਜਾ ਸਕਣ। ਇੰਨੀ ਹਾਜ਼ਰੀ ਦਾਸ ਵੱਲੋਂ ਪ੍ਰਵਾਨ ਕਰਨੀ। ਸਮਾਗਮਾਂ ਵਿੱਚ ਬੋਲਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦਾ ਨਿਮਾਣਾ ਜਿਹਾ ਕੂਕਰ ਸੇਵਾਦਾਰ ਜਾਣ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮੱਤ ਬਖਸ਼ਣੀ, ਅਸੀਸ ਦੇਣੀ, ਸਿੱਖੀ ਸਦਕੇ ਸਵਾਸਾਂ ਦੇ ਨਾਲ ਨਿਭ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਜੀ ਅੰਗਵੀਰ ਸਿੰਘ ਜੀ ਜੋ USA ਤੋਂ ਪਹੁੰਚੇ ਹਨ, ਦਮਦਮੀ ਟਕਸਾਲ ਦੇ ਵਿਦਿਆਰਥੀ, ਜਿਨ੍ਹਾਂ ਨੇ 4 ਦਿਨ ਸਮਾਗਮ ਵਿੱਚ ਹਾਜ਼ਰੀ ਭਰੀ ਹੈ। ਕੱਲ੍ਹ ਨੂੰ ਵਾਪਸੀ ਹੈ।
ਸੋ ਤਹਿ ਦਿਲ ਤੋਂ ਧੰਨਵਾਦ ਆ ਸਾਰੇ ਹੀ ਪ੍ਰਬੰਧਕ